ਹਾਲੇਲੂਇਆ। ਗ੍ਰੇਸ ਹੈ ਜੀ ਪ੍ਰਾਰਥਨਾ ਭਵਨ ਵੱਲੋਂ ਸਭ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਹੈ। ਪਰਮੇਸ਼ਰ ਨੇ ਅੱਛਾ ਸਮਾਂ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਸਮੇਂ ਦੇ ਲਈ। ਔਰ ਪਰਮੇਸ਼ਰ ਕਿੰਨਾ ਮਹਾਨ ਹੈ। ਔਰ ਆਈ ਅਸੀਂ ਥੋੜ੍ਹੇ ਸਮੇਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚ ਜਾਵਾਂਗੇ ਔਰ ਪਰਮੇਸ਼ਰ ਦਾ ਪਵਿੱਤਰ ਵਚਨ ਹੀ ਸਿੱਖਾਂਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਕਿ ਸਾਡੀ ਜੋ ਪ੍ਰਾਰਥਨਾ ਚੱਲ ਰਹੀ ਹੈ 10 ਦਿਨ ਦੀ ਪ੍ਰਾਰਥਨਾ ਚੱਲ ਰਹੀ ਹੈ, ਰੋਜ਼ 6:30 ਤੋਂ ਲੈ ਕੇ 8 ਵਜੇ ਤੱਕ ਉਹਦੇ ਵਿੱਚ ਅੱਛਾ ਸੰਦੇਸ਼ ਸੁਣਾਇਆ ਜਾ ਰਿਹਾ ਹੈ ਪ੍ਰਭੂ ਦੇ ਅਲੱਗ-ਅਲੱਗ ਦਾਸਾਂ ਦੇ ਦੁਆਰਾ। ਔਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹੈ ਕਲੀਸਿਆ ਵਾਸਤੇ, ਆਪਣੇ ਦੇਸ਼ ਵਾਸਤੇ ਔਰ ਸਭ ਵਾਸਤੇ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਔਰ ਉਸ ਤੋਂ ਵੱਧ ਕੇ ਵਧੀਆ ਸੰਦੇਸ਼ ਸੁਣਨ ਨੂੰ ਮਿਲ ਰਿਹਾ ਹੈ। ਪਰ ਫਿਰ ਵੀ ਕੁਛ ਲੋਕ ਜੁੜੇ ਹੋਏ ਹੈ, ਪਰ ਕੁਛ ਕਲੀਸਿਆ ਦੇ ਲੋਕ ਜਿਹੜੇ ਹੈ ਨਹੀਂ ਜੁੜੇ ਔਰ ਉਹਨਾਂ ਨੂੰ ਨਹੀਂ ਪਤਾ। ਤੋ ਜਿਹੜੇ ਜੁੜੇ ਹੈ ਉਹਨਾਂ ਨੇ ਬਹੁਤ ਵਧੀਆ ਆਸ਼ੀਸ਼ ਪਾਈ ਹੈ, ਪ੍ਰਭੂ ਦਾ ਸੰਦੇਸ਼ ਨੂੰ ਸੁਣ ਰਹੇ ਹੈ, ਪ੍ਰਾਰਥਨਾ ਕਰ ਰਹੇ ਰਲ ਕੇ। ਤੋ ਪਰਮੇਸ਼ਵਰ ਇਹਨਾਂ ਦਿਨਾਂ ਦੇ ਵਿੱਚ ਸੱਚਮੁੱਚ ਹੀ ਇਸ ਰਿਵਾਈਵਲ ਜਿਹੜੀ ਪ੍ਰੇਅਰ ਚੱਲਦੀ ਪਈ ਹੈ, ਬੇਦਾਰੀ ਦੀ ਪ੍ਰਾਰਥਨਾ ਜਿਹੜੀ ਚੱਲਦੀ ਪਈ ਹੈ ਉਹ 10 ਦਿਨ ਦੀ, ਉਹਦੇ ਵਿੱਚ ਸੱਚਮੁੱਚ ਪਰਮੇਸ਼ਵਰ ਵੱਡੇ ਕੰਮ ਕਰਨ ਜਾ ਰਿਹਾ ਹੈ। ਪਰਮੇਸ਼ਵਰ ਹਰੇਕ ਕਲੀਸਿਆ ਨੂੰ, ਹਰੇਕ ਮੰਡਲੀ ਨੂੰ ਵਧਾਉਣ ਜਾ ਰਿਹਾ ਔਰ ਸਾਡੇ ਦੇਸ਼ ਦੇ ਉੱਪਰ ਵੱਡੀ ਦਇਆ ਕਰਨ ਜਾ ਰਿਹਾ। ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਉਸ ਸਮੇਂ ਲਈ। ਔਰ ਆਈ ਅਸੀਂ ਪ੍ਰਭੂ ਦੇ ਵਚਨ ਦੇ ਲਈ, ਪ੍ਰਭੂ ਦੇ ਪਵਿੱਤਰ ਵਚਨ ਨੂੰ ਸੁਣਨ ਵਾਸਤੇ ਜਾਵਾਂਗੇ। ਕੱਢੀਏ ਮੇਰੇ ਨਾਲ ਕਹਾਵਤਾਂ ਦੀ ਕਿਤਾਬ, ਉਸ ਦਾ 22 ਅਧਿਆਏ, ਉਸ ਦਾ 6ਵਾਂ ਵਚਨ ਅਸੀਂ ਪੜ੍ਹਾਂਗੇ। ਕਹਾਵਤਾਂ ਦੀ ਕਿਤਾਬ, ਉਸ ਦਾ 22 ਅਧਿਆਏ, ਉਸ ਦਾ 6ਵਾਂ ਵਚਨ। ਜਲਦੀ ਪ੍ਰਭੂ ਦੇ ਵਚਨ ਨੂੰ ਪੜ੍ਹੀਏ। ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਹਾਂ, ਇੱਥੇ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਵਿੱਚੋਂ ਪੜ੍ਹਿਆ ਕਿ ਲਿਖਿਆ, ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਹਾਲੇਲੂਇਆ। ਇੱਥੇ ਪ੍ਰਭੂ ਦਾ ਵਚਨ ਦੱਸਦਾ ਕਿ ਬਾਲਕ ਨੂੰ ਕੀ ਕਰਨਾ ਹੈ, ਉਹਦਾ ਠੀਕ ਰਾਹ ਦੱਸਣਾ ਹੈ। ਹਾਲੇਲੂਇਆ। ਇਹਦਾ ਮਤਲਬ ਉਹ ਕਿਹਦੀ ਜ਼ਿੰਮੇਵਾਰੀ ਆ? ਮਾਂ ਪਿਓ ਦੀ ਜ਼ਿੰਮੇਵਾਰੀ ਹੈ। ਆਪਣੇ ਬੱਚਿਆਂ ਨੂੰ, ਆਪਣੇ ਬਾਲਕਾਂ ਨੂੰ ਸਹੀ ਰਾਹ ਦੱਸਣਾ, ਸਹੀ ਰਾਹ ਦੇ ਉੱਤੇ ਪਾਉਣਾ। ਅਤੇ ਸਹੀ ਰਾਹ ਕੀ ਆ? ਸਹੀ ਰਾਹ ਇਹ ਆ ਕਿ ਪਰਮੇਸ਼ਵਰ ਦੇ ਰਸਤੇ ਉੱਤੇ ਪਾਉਣਾ। ਪਰ ਪਰਮੇਸ਼ਵਰ ਦੇ ਰਸਤੇ ਉੱਤੇ ਤਾਂ ਹੀ ਪਾ ਸਕਦੇ ਆ ਜਿਹੜੇ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਚੱਲਦੇ ਆ, ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ ਆ। ਅਤੇ ਇਸ ਕਰਕੇ ਅੱਜ ਮੈਂ ਖਾਸ ਇਸ ਜਗ੍ਹਾ 'ਤੇ ਦੱਸਣਾ ਚਾਹੁੰਦਾ, ਅਗਰ ਅਸੀਂ ਜਿਹੜੇ ਮਾਂ ਪਿਓ ਹੈ ਉਹ ਪਰਮੇਸ਼ਵਰ ਦੀ ਬੰਦਗੀ ਕਰਦੇ ਆ ਅਤੇ ਉਹ ਬੱਚਿਆਂ ਨੂੰ ਪਰਮੇਸ਼ਵਰ ਦੀ ਬੰਦਗੀ ਕਰਾ ਸਕਦੇ ਆ। ਪਰ ਜਿਹੜੇ ਮਾਂ ਪਿਓ ਬੰਦਗੀ ਨਹੀਂ ਕਰਦੇ, ਮਾਂ ਪਿਓ ਦੁਆ ਨਹੀਂ ਕਰਦੇ, ਮਾਂ ਪਿਓ ਪ੍ਰਭੂ ਦੇ ਨਾਲ ਨਹੀਂ ਚੱਲਦੇ, ਉਹ ਆਪਣੇ ਬੱਚਿਆਂ ਨੂੰ ਸਹੀ ਰਸਤਾ ਦੱਸ ਨਹੀਂ ਸਕਦੇ। ਇਸ ਕਰਕੇ ਪਰਮੇਸ਼ਵਰ ਦਾ ਪਵਿੱਤਰ ਵਚਨ ਦੱਸਦਾ, ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਹੀਂ ਹਟੇਗਾ। ਤੋ ਇਸ ਕਰਕੇ ਅਸੀਂ ਬੱਚੇ ਹੁੰਦੇ, ਅਸੀਂ ਅੱਜ ਸਿਖਾਉਣ ਦਾ ਕਹਿੰਦੇ ਸਮਾਂ ਕਿਹੜਾ ਆ? ਜਦ ਤੱਕ ਬੱਚੇ ਆ। ਪਰ ਦੇਖੋ, ਪਰ ਪੰਜਾਬ ਦੇ ਵਿੱਚ ਇੱਕ ਗੱਲ ਜਿਹੜੀ ਚੱਲਦੀ ਪਈ ਆ ਉਹੀ ਆ, ਕੋਈ ਗੱਲ ਨਹੀਂ, ਜਦੋਂ ਵੱਡੇ ਹੋਣਗੇ ਸਿੱਖ ਜਾਣਗੇ। ਹਾਲੇਲੂਇਆ। ਵੱਡੇ ਹੋਣਗੇ ਸਿੱਖ ਜਾਣਗੇ। ਉਹ ਕਦੇ ਨਹੀਂ ਸਿੱਖਦੇ। ਅੱਜ ਅਸੀਂ ਦੇਖਦੇ ਹਾਂ ਉਹ ਬੁੱਢੇ ਹੋ ਗਏ ਆ ਤਾਂ ਵੀ ਅੱਜ ਬੁਰੇ ਕੰਮਾਂ ਵਿੱਚ ਆ, ਬੁਰੇ ਹਾਲਾਤਾਂ ਵਿੱਚ ਆ, ਨਸ਼ਿਆਂ ਵਿੱਚ ਆ, ਭੈੜੀਆਂ ਗੱਲਾਂ ਵਿੱਚ ਆ। ਇਸ ਕਰਕੇ ਵਚਨ ਦੱਸਦਾ ਕਿ ਬਾਲਕ ਨੂੰ, ਬੱਚੇ ਨੂੰ ਉਹਦਾ ਠੀਕ ਰਾਹ ਦੱਸੋ ਅਤੇ ਉਹ ਕੀ ਹੋਏਗਾ? ਫਿਰ ਵੱਡਾ ਹੋ ਕੇ, ਮਤਲਬ ਬੁੱਢਾ ਹੋ ਕੇ ਵੀ, ਵੱਡਾ ਹੋ ਕੇ ਵੀ ਉਹ ਕੀ ਕਰੇਗਾ? ਉਹਦੇ ਤੋਂ ਕਦੀ ਹਟੇਗਾ ਨਹੀਂ। ਇਸ ਕਰਕੇ ਮਾਂ ਪਿਓ ਨੂੰ ਚਾਹੀਦਾ ਕਿ ਉਹ ਪਰਮੇਸ਼ਵਰ ਦੀ ਆਰਾਧਨਾ ਕਰਨ, ਪਰਮੇਸ਼ਵਰ ਦੀ ਬੰਦਗੀ ਕਰਨ, ਪ੍ਰਾਰਥਨਾ ਕਰਨ, ਧੰਨਵਾਦ ਕਰਨ, ਪਰਮੇਸ਼ਵਰ ਦਾ ਵਚਨ ਪੜ੍ਹਨ ਅਤੇ ਆਪਣੇ ਬੱਚਿਆਂ ਨੂੰ ਦੱਸ ਸਕਦੇ ਆ, ਆਪਣੇ ਬੱਚਿਆਂ ਨੂੰ ਕਹਿ ਸਕਦੇ ਆ। ਅਤੇ ਉਹ ਜਿਹੜੇ ਬੱਚੇ ਆ, ਜਦੋਂ ਬੱਚਿਆਂ ਨੂੰ ਸਿਖਾਵਾਂਗੇ ਅਤੇ ਸੱਚਮੁੱਚ ਉਹ ਵੱਡੇ ਹੋ ਕੇ ਵੀ ਉਹਦੇ ਤੋਂ ਕਦੀ ਵੀ ਹਟਣਗੇ ਨਹੀਂ। ਆਈਏ ਇੱਕ ਹੋਰ ਵਚਨ ਪੜ੍ਹੀਏ ਮੇਰੇ ਨਾਲ। ਅਫਸੀਆਂ ਦੀ ਪੱਤਰੀ, ਉਸ ਦਾ 6ਵਾਂ ਅਧਿਆਇ ਦਾ 4ਥਾ ਵਚਨ ਹੀ ਪੜ੍ਹੀਏ। ਅਫਸੀਆਂ ਦੀ ਪੱਤਰੀ 6:4। ਅਫਸੀਆਂ 6:4। ਅਤੇ
ਤੇ हे ਪਿਤਾਓ ਤੁਸੀਂ ਆਪਣੇ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਹਾਂ ਸਗੋਂ ਪ੍ਰਭੂ ਦੀ ਸਿੱਖਿਆ ਅਰ ਮੱਤ ਦੇ ਕੇ ਉਹਨਾਂ ਦੀ ਪਾਲਣਾ ਕਰੋ। ਹਾਂ ਇੱਥੇ ਲਿਖਿਆ ਕਿ हे ਪਿਤਾਓ ਤੁਸੀਂ ਕੀ ਕਰੋ, ਆਪਣੇ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਤੇ ਮੱਤ ਦੇ ਕੇ ਉਹਨਾਂ ਦੀ ਕੀ ਕਰੋ, ਪਾਲਣਾ ਕਰੋ। ਇਹਦਾ ਮਤਲਬ ਇਹ ਹੀ ਹੈ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਇਹ ਵਿਸ਼ਵਾਸੀਆਂ ਨੂੰ ਦੱਸ ਰਿਹਾ, ਪਰਮੇਸ਼ਵਰ ਦੇ ਜਿਹੜੇ ਪਰਮੇਸ਼ਵਰ ਦੇ ਮਰਜ਼ੀ ਮੁਤਾਬਕ ਚੱਲ ਰਹੇ ਆ ਉਹਨਾਂ ਦੇ ਨਾਲ ਪਰਮੇਸ਼ਵਰ ਦਾ ਵਚਨ ਗੱਲ ਕਰ ਰਿਹਾ ਕਿ हे ਪਿਤਾਓ ਤੁਸੀਂ ਆਪਣੇ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਔਰ ਮੱਤ ਦੇ ਕੇ ਉਹਨਾਂ ਦੀ ਕੀ ਕਰੋ, ਪਾਲਣਾ ਪੋਸ਼ਣ ਕਰੋ। ਇਸ ਕਰਕੇ ਸਾਨੂੰ ਚਾਹੀਦਾ ਜਿਹੜੇ ਅਸੀਂ ਵਿਸ਼ਵਾਸੀ ਹਾਂ, ਵਿਸ਼ਵਾਸੀ ਭੈਣ ਭਰਾਵਾਂ ਨੂੰ, ਕਿ ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੀ ਸਿੱਖਿਆ ਦਈਏ। ਹਾਲੇਲੂਇਆ। ਪਰਮੇਸ਼ਵਰ ਦੀ ਸਿੱਖਿਆ ਔਰ ਮੱਤ ਦੇ ਕੇ ਉਹਨਾਂ ਦੀ ਕੀ ਕਰੀਏ, ਪਾਲਣਾ ਕਰੀਏ। ਅੱਜ ਸਮਾਂ ਆ, ਅੱਜ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਾਂ, ਪਰ ਇਹ ਸੋਚ ਕੇ ਨਾ ਬੈਠੀਏ ਕਿ ਸਾਡੇ ਬੱਚੇ ਆਪੇ ਸਿੱਖ ਜਾਣਗੇ। ਜਿੰਨਾ ਕੁ ਅਸੀਂ ਆਪੇ ਸਿੱਖੇ ਹਾਂ ਉਨਾ ਕੁ ਸਾਡੇ ਬੱਚੇ ਵੀ ਆਪੇ ਸਿੱਖ ਜਾਣਗੇ। ਹਾਲੇਲੂਇਆ। ਦੇਖੋ ਅੱਜ ਧਿਆਨ ਮਾਰੀਏ, ਅਸੀਂ ਬੱਚੇ ਨੂੰ ਸੁਣੀਏ ਔਰ ਆਪਣੇ ਜੀਵਨ ਦੇ ਉੱਤੇ ਧਿਆਨ ਮਾਰੀਏ। ਅਸੀਂ ਬੁੱਢੇ ਹੋ ਗਏ ਹਾਂ, ਕਿੰਨਾ ਕੁ ਸਿੱਖ ਲਿਆ? ਅਸੀਂ ਬੁੱਢੇ ਹੋ ਗਏ ਹਾਂ, ਅਸੀਂ ਕਿੰਨਾ ਕੁ ਸਿੱਖ ਲਿਆ? ਅਸੀਂ ਕਿੰਨੀ ਕੁ ਸਿੱਖਿਆ ਪਾਈ ਆ? ਹਾਲੇ ਤੱਕ ਸਾਨੂੰ ਬੈਠਣ ਉੱਠਣ ਦੀ ਅਕਲ ਨਹੀਂ ਹੈਗੀ। ਹਾਲੇ ਤੱਕ ਸਾਨੂੰ ਕਿਸੇ ਨਾਲ ਗੱਲਬਾਤ ਕਰਨ ਦੀ ਅਕਲ ਨਹੀਂ ਹੈਗੀ। ਬੁੱਢੇ ਹੋ ਗਏ ਹਾਂ। ਪਰ ਕੀ ਹੈ, ਪ੍ਰਭੂ ਦਾ ਵਚਨ ਦੱਸਦਾ ਕਿ ਪਰਮੇਸ਼ਵਰ ਦੀ ਸਿੱਖਿਆ ਜਿਹੜੀ ਹੈ, ਪਰਮੇਸ਼ਵਰ ਦੀ ਸਿੱਖਿਆ ਦੇ ਕੇ ਜਦੋਂ ਅਸੀਂ ਪਾਲਣਾ ਕਰਾਂਗੇ ਫਿਰ ਬੱਚੇ ਉੱਦਾਂ ਦੇ ਬਣ ਜਾਣਗੇ। ਮੈਂ ਤੁਹਾਨੂੰ ਸਿੱਖਿਆ ਦੀ ਗੱਲ ਦੱਸਦਾ ਕਿ ਇੱਕ ਕਾਫੀ ਸਮੇਂ ਦੀ ਗੱਲ ਆ ਕਿ ਜਿਸ ਸਮੇਂ ਮੈਂ ਛੋਟਾ ਸੀ, ਛੋਟੇ ਸਮੇਂ, ਤੇ ਕੀ ਹੋਇਆ ਕਿ ਮੈਂ ਬਾਹਰ ਬੈਠਾ ਸੀਗਾ ਔਰ ਮੇਰੇ ਡੈਡੀ ਨੇ ਮੈਨੂੰ ਆਵਾਜ਼ ਮਾਰੀ। ਤੇ ਮੈਂ ਜਦੋਂ ਮੈਨੂੰ ਆਵਾਜ਼ ਮਾਰੀ ਤੇ ਮੈਂ ਆਵਾਜ਼ ਦਿੱਤੀ ਤੇ ਉਹਨੇ ਜਦੋਂ ਆਵਾਜ਼ ਮਾਰੀ ਤੇ ਮੇਰੇ ਮੂੰਹ 'ਚੋਂ ਕੀ ਨਿਕਲਿਆ, ਮੈਂ ਆਵਾਜ਼ ਨਿਕਲੀ ਹੋ। ਤੇ ਉਹਨੇ ਮੈਨੂੰ ਬੁਲਾਇਆ ਤੇ ਮੇਰੇ ਹੱਥ ਵਿੱਚ ਚਾਹ ਦੀ ਗਲਾਸੀ, ਕੱਚ ਦੀ ਗਲਾਸੀ ਛੋਟੇ ਜਿਹੇ ਦੇ, ਤੇ ਮੈਂ ਦਰਵਾਜ਼ੇ ਦੇ ਵਿੱਚ ਜਦੋਂ ਪੈਰ ਰੱਖਣ ਲੱਗਾ ਉਹਨੇ ਮੇਰੇ ਵੱਟ ਕੇ ਥੱਪੜ ਮਾਰਿਆ। ਉਹਨੇ ਕਿਹਾ ਵੀ ਇਹ ਜਿਹੜੀ ਸਿੱਖਿਆ ਇਹ ਕਿੱਥੋਂ ਮਿਲੀ ਆ? ਹਾਂਜੀ ਕਹੀਦਾ ਹੁੰਦਾ। ਹਾਲੇਲੂਇਆ। ਤੇ ਉਦੋਂ ਤੋਂ ਲੈ ਕੇ ਮੈਨੂੰ ਅੱਜ ਤੱਕ ਉਹ ਜਿਹੜਾ ਹਾਂਜੀ ਦਾ ਲਫ਼ਜ਼ ਹੈ ਅੱਜ ਤੱਕ ਨਹੀਂ ਭੁੱਲਦਾ। ਤੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਚਲੋ ਸਾਡੇ ਬੱਚੇ ਆਪੇ ਹੀ ਸਿੱਖ ਜਾਣਗੇ, ਵੱਡੇ ਹੋਣਗੇ ਤੇ ਆਪੇ ਹੀ ਸਿੱਖ ਜਾਣਗੇ। ਐਦਾਂ ਨਹੀਂ, ਆਪੇ ਨਹੀਂ ਸਿੱਖਦੇ, ਕਿਉਂਕਿ ਅੱਜ ਕਈ ਲੋਕ ਬੁੱਢੇ ਹੋ ਗਏ ਆ ਤੇ ਤੁਸੀਂ ਦੇਖ ਲਓ ਉਹਨਾਂ ਦਾ ਪਹਿਲਾਂ ਵੀ ਉਹੀ ਚਾਲਾ ਸੀ ਤੇ ਅੱਜ ਬੁੱਢਿਆਂ ਅੱਜ ਵੀ ਉਹੀ ਚਾਲਾ। ਪਹਿਲਾਂ ਵੀ ਲੜਾਈ ਝਗੜੇ ਸੀ ਜੀਵਨ 'ਚ ਵੀ, ਅੱਜ ਵੀ ਲੜਾਈ ਝਗੜੇ ਪਹਿਲਾਂ ਵੀ ਗੰਦਮੰਦੀ ਸੀ ਜੀਵਨ 'ਚ, ਅੱਜ ਵੀ ਗੰਦਮੰਦੀ ਆ। ਕੋਈ ਬਦਲਾਵ ਆਇਆ ਨਹੀਂ ਆ। ਤੇ ਜਦੋਂ ਪਰਮੇਸ਼ਵਰ ਦੀ ਸਿੱਖਿਆ ਹੋਊਗੀ, ਪਰਮੇਸ਼ਵਰ ਦੀ ਮੱਤ ਅਸੀਂ ਬੱਚਿਆਂ ਨੂੰ ਦਾਂਗੇ, ਤੇ ਇਸ ਕਰਕੇ ਆਪਣੇ ਬੱਚਿਆਂ ਨੂੰ ਪ੍ਰਭੂ ਦੀ ਸਿੱਖਿਆ ਦਿਓ। ਤਾਂ ਆਈਏ ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ, ਉਹਦੇ ਪ੍ਰਭੂ ਦੇ ਵਚਨ ਦੇ ਵਿੱਚ ਆਪਾਂ ਗੱਲ ਕਰਾਂਗੇ। ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਆਪਾਂ ਸਿੱਖਾਂਗੇ। ਭਵਿਸ਼ਤਾ ਸਾਰ ਦੀ ਕਿਤਾਬ ਉਹਦਾ 6ਵਾਂ ਅਧਿਆਇ ਕੱਢੀਏ। ਭਵਿਸ਼ਤਾ ਸਾਰ ਦੀ ਕਿਤਾਬ ਉਸ ਦਾ 6ਵਾਂ ਅਧਿਆਇ ਕੱਢੀਏ। ਉਹਦਾ ਦੂਸਰਾ ਵਚਨ ਪੜ੍ਹੀਏ। ਦੂਸਰਾ ਵਚਨ ਤਾਂ ਜੋ ਤੁਸੀਂ ਯਹੋਵਾ ਆਪਣੇ ਪਹਿਲੇ ਤੋਂ ਪੜ੍ਹੀਏ, ਪਹਿਲੇ ਤੋਂ ਸ਼ੁਰੂ ਕਰੀਏ। ਇਹ ਉਹ ਹੁਕਮਨਾਮਾ, ਵਿਧੀਆਂ ਅਤੇ ਕਾਨੂੰਨ ਹਨ ਜਿਨ੍ਹਾਂ ਦਾ ਤੁਹਾਨੂੰ ਸਿਖਾਲਣ ਦਾ ਹੁਕਮ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ। ਹਾਂ। ਤਾਂ ਜੋ ਤੁਸੀਂ ਇਹਨਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿੱਥੇ ਨੂੰ ਤੁਸੀਂ ਉਹਦੇ ਉੱਤੇ ਕਬਜ਼ਾ ਕਰਨ ਲਈ ਲੰਘਦੇ ਹੋ। ਹਾਂ। ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਵਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜੀਵਨ ਭਰ ਮੰਨੋ। ਹਾਂ। ਤੁਸੀਂ ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ, ਤਾਂ ਜੋ ਤੁਹਾਡੇ ਦਿਨ ਲੰਬੇ ਹੋਣ। ਹਾਲੇਲੂਇਆ। ਇੱਥੇ ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਉਹਦੇ ਦੂਸਰੇ ਵਚਨ 'ਚ, ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰੋ। ਹਾਲੇਲੂਇਆ। ਪਹਿਲੀ ਗੱਲ ਆ, ਪ੍ਰਭੂ ਦਾ ਵਚਨ ਕਹਿੰਦਾ ਕਿ ਮਾਂ ਪਿਓ ਦੇ ਲਈ ਕਿ ਸਾਡੇ ਜੀਵਨ ਦੇ ਅੰਦਰ ਪਰਮੇਸ਼ਵਰ ਦਾ ਕੀ ਹੋਣਾ ਚਾਹੀਦਾ? ਡਰ ਹੋਣਾ ਚਾਹੀਦਾ, ਪਰਮੇਸ਼ਵਰ ਦਾ ਭੈ ਹੋਣਾ ਚਾਹੀਦਾ। ਪਰ ਦੇਖੋ ਅੱਜ ਕੀ ਆ, ਅੱਜ ਸਾਡੇ ਜੀਵਨ ਦੇ ਅੰਦਰ ਪ੍ਰਭੂ ਦੇ ਲੋਕਾਂ ਦੇ ਅੰਦਰ ਪਰਮੇਸ਼ਵਰ ਦਾ ਡਰ ਘੱਟ ਆ ਤੇ ਲੋਕਾਂ ਦਾ ਡਰ ਜ਼ਿਆਦਾ, ਭੈਣ ਭਰਾਵਾਂ ਦਾ ਡਰ ਜ਼ਿਆਦਾ। ਕਿ ਮੈਂ
ਆ ਨਹੀਂ ਗੱਲ ਕੀਤੀ, ਆ ਨਹੀਂ ਕੰਮ ਕੀਤਾ ਤਾਂ ਮੇਰੇ ਭੈਣ ਭਰਾ ਮੈਨੂੰ ਕੀ ਕਹਿਣਗੇ। ਉਹਨਾਂ ਦਾ ਡਰ ਜ਼ਿਆਦਾ, ਪਰਮੇਸ਼ਰ ਦਾ ਡਰ ਨਹੀਂ ਆ। ਇਸ ਕਰਕੇ ਪਰਮੇਸ਼ਰ ਦੀ ਸਿੱਖਿਆ ਲਈ ਜਗ੍ਹਾ ਨਹੀਂ ਆ ਜੀਵਨ ਦੇ ਵਿੱਚ। ਤੇ ਇੱਥੇ ਲਿਖਿਆ ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਵਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜੀਵਨ ਭਰ ਮੰਨੋ। ਹਾਲੇਲੂਇਆ। ਕਹਿੰਦਾ ਉਹਦੇ ਹੁਕਮਾਂ ਅਤੇ ਵਿਧੀਆਂ ਨੂੰ ਕੀ ਕਰੋ, ਜੀਵਨ ਭਰ ਮੰਨਣਾ ਆ। ਹਾਲੇਲੂਇਆ। ਅਸੀਂ 1-2 ਦਿਨ ਨਹੀਂ ਮੰਨਣਾ, ਬਲਕਿ ਜੀਵਨ ਭਰ ਉਹਦੇ ਹੁਕਮਾਂ ਅਤੇ ਵਿਧੀਆਂ ਨੂੰ ਮੰਨਣਾ। ਜਿੱਦਾਂ ਕਈ ਲੋਕ ਕੀ ਕਰਦੇ ਆ ਕਿ ਪ੍ਰਭੂ ਦੇ ਨਾਲ ਪਹਿਲਾਂ ਚੱਲ ਪੈਂਦੇ ਆ, ਚੱਲਣਾ ਸ਼ੁਰੂ ਹੋ ਜਾਂਦੇ ਆ ਅਤੇ ਥੋੜ੍ਹਾ ਕੁ ਚਿਰ ਚੱਲ ਕੇ ਅਤੇ ਜਦੋਂ ਥੋੜ੍ਹਾ ਜਿਹਾ ਉਹਨਾਂ ਨੂੰ ਪਤਾ ਲੱਗ ਜਾਂਦਾ ਮਾੜਾ ਮੋਟਾ ਜਿਹਾ, ਅਤੇ ਫਿਰ ਕੀ ਹੋ ਜਾਂਦਾ, ਫਿਰ ਕਹਿੰਦੇ ਹੁਣ ਤਾਂ ਅਸੀਂ ਸਿੱਖ ਗਏ, ਹੁਣ ਆਪਾਂ ਨੂੰ ਵਿਧੀਆਂ ਨੂੰ ਮੰਨਣ ਦੀ ਕੀ ਜ਼ਰੂਰਤ ਆ, ਹੈ ਨਾ, ਹੁਣ ਆਪਾਂ ਨੂੰ ਹੁਕਮਾਂ ਨੂੰ ਮੰਨਣ ਦੀ ਕੀ ਜ਼ਰੂਰਤ ਆ। ਪਰ ਨਹੀਂ, ਇੱਥੇ ਪ੍ਰਭੂ ਦਾ ਵਚਨ ਕਹਿੰਦਾ ਜੀਵਨ ਭਰ ਮੰਨਣਾ ਆ। ਹਾਲੇਲੂਇਆ। ਜੀਵਨ ਭਰ ਉਹਨੂੰ ਕਰਨਾ ਆ। ਦੇਖੋ, ਜੇ ਅਸੀਂ ਦੁਆ ਪ੍ਰਾਰਥਨਾ ਕਰਨੀ ਸਿੱਖ ਲਈ ਆ ਮਾੜੀ ਮੋਟੀ, ਅਤੇ ਇਹ ਪ੍ਰਾਰਥਨਾ ਇਹ ਨਹੀਂ ਆ ਜੀਵਨ ਭਰ ਪ੍ਰਾਰਥਨਾ ਕਰਨੀ ਆ। ਜੇ ਅਸੀਂ ਦਾਨ ਦਸਵੰਧ ਦੇਣਾ ਸਿੱਖ ਲਿਆ ਵਚਨ ਦੇ ਅਨੁਸਾਰ, ਉਹ ਇਹ ਨਹੀਂ ਆ ਵੀ ਜਦੋਂ ਸਮਾਂ ਆ ਗਿਆ ਅਤੇ ਕਰ ਲਿਆ, ਜਦੋਂ ਸਾਡੀ ਬੱਲੇ ਬੱਲੇ ਹੁਣ ਹਟ ਗਈ ਤਾਂ ਉਦੋਂ ਬੰਦ ਕਰਤਾ। ਨਹੀਂ, ਪਰ ਕੀ ਕਰਨਾ ਹੈ, ਜੀਵਨ ਭਰ ਉਹਨੂੰ ਕਰਦੇ ਰਹਿਣਾ ਹੈ। ਜੋ ਪ੍ਰਭੂ ਨੇ ਸਾਨੂੰ ਆਗਿਆ ਦਿੱਤੀ ਹੈ, ਪ੍ਰਭੂ ਦਾ ਵਚਨ ਆ ਉਹ। ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਮੰਨਾਂਗੇ, ਆਸ਼ੀਸ਼ ਤਾਂ ਹੀ ਸਾਡੇ ਜੀਵਨ 'ਚ ਬਣੀ ਰਹੂਗੀ। ਪਰ ਕੀ ਆ ਲਿਖਿਆ, ਜੀਵਨ ਭਰ ਕੀ ਕਰੋ, ਜੀਵਨ ਭਰ ਮੰਨੋ ਤੁਸੀਂ। ਪਹਿਲੀ ਗੱਲ ਆ ਕਿਹਨਾਂ ਨੇ ਮੰਨਣਾ ਜੀ, ਪਹਿਲਾਂ ਲਿਖਿਆ ਤੁਸੀਂ ਮੰਨਣਾ। ਹਾਲੇਲੂਇਆ। ਕਿਹਨਾਂ ਨੇ ਮੰਨਣਾ, ਮਾਂ ਪਿਓ ਨੇ ਮੰਨਣਾ। ਤੁਸੀਂ ਮੰਨੋ, ਪਰਮੇਸ਼ਰ ਦਾ ਵਚਨ ਕਹਿੰਦਾ ਤੁਸੀਂ ਮੰਨੋ, ਅਤੇ ਫਿਰ ਤੁਹਾਡੇ ਪੁੱਤਰ। ਹਾਲੇਲੂਇਆ। ਪਹਿਲਾਂ ਤੁਸੀਂ ਅਤੇ ਫਿਰ ਤੁਹਾਡੇ ਪੁੱਤਰ। ਇਹਦਾ ਮਤਲਬ ਜੇ ਤੁਸੀਂ ਮੰਨੋਗੇ ਤੁਹਾਡੇ ਪੁੱਤਰ ਆਪੇ ਹੀ ਮੰਨ ਲੈਣਗੇ। ਹਾਲੇਲੂਇਆ। ਫਿਰ ਤੁਹਾਨੂੰ ਮਨਾਉਣ ਦੀ ਜ਼ਰੂਰਤ ਨਹੀਂ, ਧੱਕਾ ਲਾਉਣ ਦੀ ਜ਼ਰੂਰਤ ਨਹੀਂ। ਜੇ ਤੁਸੀਂ ਨਹੀਂ ਮੰਨਦੇ, ਤੁਸੀਂ ਨਹੀਂ ਪ੍ਰਭੂ ਦੀ ਆਗਿਆ ਨੂੰ ਮੰਨਦੇ, ਤੁਸੀਂ ਨਹੀਂ ਪ੍ਰਭੂ ਦੇ ਵਚਨ ਨੂੰ ਮੰਨਦੇ, ਤੁਸੀਂ ਨਹੀਂ ਪ੍ਰਭੂ ਦੇ ਹੁਕਮਾਂ ਨੂੰ ਮੰਨਦੇ, ਅਤੇ ਤੁਹਾਡੇ ਪੁੱਤਰ ਵੀ, ਤੁਹਾਡੇ ਧੀਆਂ ਵੀ ਕਦੇ ਮੰਨਣਗੇ ਨਹੀਂ। ਹਾਲੇਲੂਇਆ। ਇਸ ਕਰਕੇ ਅਸੀਂ ਆਪਣੇ ਜੀਵਨ 'ਤੇ ਗੌਰ ਕਰੀਏ ਕਿ ਅਸੀਂ ਕਿੱਦਾਂ ਦਾ ਪ੍ਰਭੂ ਦੇ ਨਾਲ ਆਪਣਾ ਰਿਸ਼ਤਾ ਰੱਖਦੇ ਹਾਂ, ਕਿੱਦਾਂ ਦੀ ਆਪਾਂ ਪ੍ਰਭੂ ਦੇ ਨਾਲ, ਪ੍ਰਭੂ ਦੇ ਹੁਕਮਾਂ ਨੂੰ ਕਿੱਦਾਂ ਮੰਨਦੇ ਹਾਂ, ਕਿ ਪੂਰੇ ਹੁਕਮਾਂ ਨੂੰ ਮੰਨਦੇ ਹਾਂ ਜਾਂ ਥੋੜ੍ਹੇ ਹੁਕਮਾਂ ਨੂੰ ਮੰਨਦੇ ਹਾਂ। ਅਤੇ ਲਿਖਿਆ ਤੁਸੀਂ, ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ। ਹਾਲੇਲੂਇਆ। ਫਿਰ ਇੱਥੇ ਲਿਖਿਆ ਪਹਿਲਾਂ ਤੁਸੀਂ, ਫਿਰ ਤੁਹਾਡੇ ਪੁੱਤਰ, ਫਿਰ ਤੁਹਾਡੇ ਪੋਤਰੇ। ਹਾਲੇਲੂਇਆ। ਇਹਦਾ ਮਤਲਬ ਸਾਡੀ ਜਿਹੜੀ ਪੀੜ੍ਹੀ, ਪਹਿਲੀ ਪੀੜ੍ਹੀ, ਦੂਸਰੀ ਪੀੜ੍ਹੀ ਅਤੇ ਤੀਸਰੀ ਪੀੜ੍ਹੀ ਪ੍ਰਭੂ ਦੇ ਨਾਲ ਚੱਲਦੀ ਰਵੇ, ਤਾਂ ਕਿ ਪ੍ਰਭੂ ਦੀ ਆਸ਼ੀਸ਼ ਜਿਹੜੀ ਹੈ ਉਹ ਸਾਡੇ ਪਰਿਵਾਰ ਅਤੇ ਸਾਡੇ ਘਰ ਵਿੱਚ ਬਣੀ ਰਵੇ। ਇੱਥੇ ਇਹ ਨਹੀਂ ਲਿਖਿਆ ਕਿ ਜੇ ਤੁਹਾਨੂੰ ਥੋੜ੍ਹਾ ਜਿਹਾ ਵਚਨ ਆ ਜਾਏ ਅਤੇ ਤੁਸੀਂ ਕੀ ਬਣ ਜਿਓ, ਤੁਸੀਂ ਹੋਰ ਕੁਛ ਹੀ ਬਣ ਜਿਓ। ਹਾਲੇਲੂਇਆ। ਤੁਸੀਂ ਬਦਲ ਜਿਓ ਨਾ। ਇੱਥੇ ਕੀ ਆ, ਅਸੀਂ ਉਸ ਸਿੱਖਿਆ ਵਿੱਚ ਵਧਣਾ ਆ। ਅਸੀਂ ਖੁਦ ਵਧਣਾ, ਆਪਣੇ ਪੁੱਤਰਾਂ ਨੂੰ ਵਧਾਉਣਾ ਅਤੇ ਆਪਣੇ ਪੋਤਰਿਆਂ ਨੂੰ। ਕਹਿੰਦਾ ਤੁਸੀਂ, ਫਿਰ ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ, ਤਾਂ ਜੋ ਤੁਹਾਡੇ ਦਿਨ ਕੀ ਹੋਣ, ਲੰਮੇ ਹੋਣ। ਹਾਲੇਲੂਇਆ। ਫਿਰ ਸਾਡੇ ਦਿਨ ਕੀ ਹੋ ਜਾਣਗੇ ਜੀ, ਲੰਮੇ ਹੋਣਗੇ। ਸਾਡੀਆਂ ਬਰਕਤਾਂ ਵਧਣਗੀਆਂ। ਪਰਮੇਸ਼ਰ ਸਾਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹਿਣ ਦੇਗਾ, ਔਰ ਥੋੜ ਵਿੱਚ ਨਹੀਂ ਰਹਿਣ ਦੇਗਾ। ਔਰ ਆਈਏ ਆਪਾਂ ਅਗਲੇ ਬਚਨਾਂ ਤੇ ਵੀ ਚਾਹਾਂਗੇ ਜਲਦੀ, ਕਿਉਂਕਿ ਸਮਾਂ ਆਪਣੇ ਕੋਲ ਉਸ ਹਿਸਾਬ ਦਾ ਹੈ। ਔਰ ਉਸ ਦੇ ਚੌਥਾ ਵਚਨ ਹੀ ਪੜ੍ਹੀਏ। ਹਾਂ, ਇਹ ਇਸਰਾਏਲ, ਹਾਂ, ਸੁਣੋ ਅਤੇ ਐਵੇਂ ਹੀ ਕਰਨ ਦਾ ਯਤਨ ਕਰੋ, ਹਾਂ, ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਬਹੁਤ ਵਧੋ, ਜਿਵੇਂ ਚੌਥਾ ਵਚਨ, हे ਇਸਰਾਏਲ ਸੁਣੋ, ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਪਰਮੇਸ਼ਰ ਹੈ। ਹਾਲੇਲੂਇਆ। ਇੱਥੇ ਲਿਖਿਆ ਕਿ ਸਾਡਾ ਪਰਮੇਸ਼ਰ ਕਿੰਨਾ ਆ ਜੀ, ਇੱਕੋ ਹੀ ਪਰਮੇਸ਼ਰ ਆ। ਹਾਲੇਲੂਇਆ। ਪਰਮੇਸ਼ਰ ਇੱਕ ਹੀ ਆ। ਅਤੇ ਇਸ ਕਰਕੇ ਅੱਜ ਦੇਖੋ, ਇੱਕ ਹੀ ਪਰਮੇਸ਼ਰ ਆ, ਇੱਕ ਹੀ ਸੰਗਤੀ ਆ, ਇੱਕ ਹੀ ਵਿਸ਼ਵਾਸ ਆ, ਇੱਕ ਹੀ ਪਵਿੱਤਰ ਆਤਮਾ ਆ, ਇੱਕ ਹੀ ਯਿਸੂ ਮਸੀਹ ਆ। ਹਾਲੇਲੂਇਆ। ਅਤੇ ਸਾਡੇ ਜੀਵਨ 'ਚ ਕਿੰਨੇ ਕੁ ਹੋਣੇ ਚਾਹੀਦੇ ਆ, ਇੱਕੋ ਹੀ ਸੰਗਤੀ ਹੋਣੀ ਚਾਹੀਦੀ ਆ। ਬਚਨ 'ਚ ਲਿਖਿਆ ਪਰਮੇਸ਼ਵਰ ਇੱਕ ਆ ਅਤੇ ਸਾਡੀ ਸੰਗਤ ਵੀ ਇੱਕ ਹੀ ਹੋਣੀ ਚਾਹੀਦੀ ਆ। ਹਾਲੇਲੂਇਆ। ਬਾਰ-ਬਾਰ ਨਹੀਂ ਇੱਧਰੋਂ ਪੱਟ ਕੇ ਇੱਧਰ ਲਾਤਾ, ਇੱਧਰੋਂ ਪੱਟ ਕੇ ਇੱਧਰ ਲਾਤਾ। ਇਹਦਾ ਮਤਲਬ ਜਿੰਨੀ ਵਾਰੀ ਬੂਟੇ ਨੂੰ ਪੱਟੀ ਜਾਵਾਂਗੇ ਉਹ ਕੀ ਹੋਊਗਾ, ਆਖਰਕਾਰ ਇੱਕ ਦਿਨ ਕੀ ਹੋ ਜਾਣਾ, ਉਹਨੇ ਸੁੱਕ ਹੀ ਜਾਣਾ ਆ।
ਤੇ ਇਸ ਕਰਕੇ ਲਾਉਣ ਦੇ ਅੱਜ ਕੀ ਆ, ਅੱਜ ਇੱਕ ਫਾਰਮੂਲਾ ਚੱਲਿਆ ਹੈਗਾ ਕਿ ਤੁਸੀਂ ਬੂਟੇ ਨੂੰ ਜਿਹੜਾ ਪੱਟ ਕੇ ਲਾਓਗੇ ਹਾਈਬ੍ਰਿਡ ਬਣ ਜਾਂਦਾ ਉਹ, ਪਰ ਹੁਣ ਇਹ ਹਾਈਬ੍ਰਿਡ ਵਾਲਾ ਨਹੀਂ ਆ। ਇਹ ਜਿੰਨਾ ਵੀ ਲਾਓਗੇ ਜੜ ਖਤਮ ਹੋ ਜਾਣੀ ਆ, ਫਿਰ ਲਾਓਗੇ ਫਿਰ ਜੜ ਨਹੀਂ ਲੱਗਣੀ, ਫਿਰ ਲਾਓਗੇ ਉਹ ਇੱਕ ਦਿਨ ਕੀ ਹੋ ਜਾਣਾ, ਸੁੱਕ ਜਾਣਾ ਤੇ ਉਹਨੇ ਖਤਮ ਹੋ ਜਾਣਾ। ਜਿਸ ਕਰਕੇ ਇੱਥੇ ਲਿਖਿਆ ਪਰਮੇਸ਼ਵਰ ਇੱਕੋ ਹੀ ਆ ਤੁਹਾਡਾ, ਹਾਲੇਲੂਇਆ। ਇੱਕ ਹੀ ਸੰਗਤੀ ਆ, ਇੱਕ ਹੀ ਪਰਮੇਸ਼ਵਰ ਆ, ਇੱਕ ਹੀ ਵਿਸ਼ਵਾਸ ਆ। ਐਵੇਂ ਦਾ ਥੜ ਭੱਜਣ ਨਾਲ ਕੁਛ ਵੀ ਮਿਲਣ ਵਾਲਾ ਨਹੀਂ ਆ। ਤੇ ਇਸ ਕਰਕੇ ਪ੍ਰਭੂ ਦਾ ਜੋ ਵਚਨ ਕਹਿੰਦਾ ਉਹਨੂੰ ਮੰਨੋ, ਉਹਦੇ ਅਨੁਸਾਰ ਚੱਲੋ, ਫਿਰ ਆਸ਼ੀਸ਼ ਸਾਨੂੰ ਮਿਲ ਜਾਏਗੀ। ਤੇ ਉੱਥੇ ਲਿਖਿਆ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ, ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਹਾਲੇਲੂਇਆ। ਇਹ ਗੱਲਾਂ ਜਿਹੜੀਆਂ ਕਹਿੰਦਾ ਕਿੱਥੇ ਹੋਣ ਤੁਹਾਡੇ ਜੀ, ਤੁਹਾਡੇ ਹਿਰਦੇ ਵਿੱਚ ਹੋਣ, ਤੁਹਾਡੇ ਦਿਲ ਦੇ ਵਿੱਚ ਹੋਣ, ਮਨ ਵਿੱਚ ਹੋਣ, ਤੇ ਉਹਨਾਂ ਨੂੰ ਸਿਖਾਓ। ਤੇ ਅੱਜ ਸਾਡੇ ਮਨ ਵਿੱਚ ਕੀ ਹੁੰਦਾ, ਚਲੋ ਆਪਾਂ ਅੱਗੇ ਪੜ੍ਹਦੇ ਪਹਿਲਾਂ ਬੱਚੇ ਨੂੰ, ਹੈ ਨਾ, ਸਿਖਲਾਓ। ਤੁਸੀਂ ਉਹਨਾਂ ਨੂੰ ਕਿੱਥੇ ਸਿਖਾਉਣਾ, ਉਹਨਾਂ ਨੂੰ ਕਿੱਥੇ ਆ, ਪਰ ਲਿਖਿਆ ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਉਹਨਾਂ ਦਾ ਚਰਚਾ ਕਰੋ। ਹਾਲੇਲੂਇਆ। ਕਿੱਥੇ ਕਿੱਥੇ ਸਿਖਾਉਣਾ, ਕਹਿੰਦਾ ਆਪਣੇ ਬੱਚਿਆਂ ਨੂੰ ਪਹਿਲਾ ਮਤਲਬ ਘਰ ਬੈਠਿਆਂ ਨੇ। ਤੇ ਆਪ ਘਰ ਬੈਠੇ ਅੱਜ ਕੀ ਹੁੰਦਾ, ਹਾਏ ਅੱਜ ਕੀ ਕਰੀਏ, ਨਿਆਣਿਆਂ ਨੂੰ ਵੀ ਹੈ ਨਾ ਨਾਲ ਹੀ, ਹਾਏ ਕੀ ਕਰੀਏ, ਹੁਣ ਖਾਣ ਪੀਣ ਨੂੰ ਵੀ ਹੈ ਨਹੀਂ ਗਾ, ਮੁਸ਼ਕਲ ਹੋ ਗਈ ਆ, ਹੁਣ ਕੀ ਕਰਾਂਗੇ, ਕਿੱਥੇ ਜਾਵਾਂਗੇ। ਧੰਨਵਾਦ ਨਹੀਂ ਰੱਬ ਦਾ, ਰੱਬ ਦੀਆਂ ਗੱਲਾਂ ਨਹੀਂ, ਰੱਬ ਦਾ ਕਿਉਂਕਿ ਰੱਬ ਦਾ ਵਚਨ ਹੋਊ ਤਾਂ ਨਿਕਲੂਗਾ ਸਾਡੇ ਜੀਵਨ 'ਚੋਂ, ਫਿਰ ਹੀ ਬੱਚਿਆਂ ਨੂੰ ਦੱਸਾਂਗੇ ਕਿ ਸਾਡਾ ਰੱਬ ਆਹ ਕਰਨ ਦੀ ਸਾਮਰਥ ਰੱਖਦਾ ਹੈ। ਇਸ ਕਰਕੇ ਸਾਨੂੰ ਡਰਨ ਦੀ ਜ਼ਰੂਰਤ ਨਹੀਂ, ਘਬਰਾਉਣ ਦੀ ਜ਼ਰੂਰਤ ਨਹੀਂ। ਦੇਖੋ ਜਦੋਂ ਸਾਡੇ ਬੱਚੇ ਬਿਲਕੁਲ ਛੋਟੇ ਸੀ ਤੇ ਅਸੀਂ ਕਦੇ ਵੀ ਇਹ ਨਹੀਂ ਸੀ ਕਹਿੰਦੇ ਵੀ ਸਾਡੇ ਕੋਲ ਚੀਜ਼ ਲੈਣ ਨੂੰ ਪੈਸੇ ਹੈ ਨਹੀਂ, ਅਸੀਂ ਕਹਿੰਦੇ ਹੁੰਦੇ ਸੀਗੇ ਪ੍ਰਾਰਥਨਾ ਕਰੋ ਯਿਸੂ ਮਸੀਹ ਦੇ ਕੇ ਜਾਣਗੇ। ਹਾਲੇਲੂਇਆ। ਯਿਸੂ ਆਪੇ ਦੇ ਕੇ ਜਾਣਗੇ। ਹਾਲੇਲੂਇਆ। ਤੇ ਵਾਕਿਆ ਪ੍ਰਭੂ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ ਸੀਗਾ, ਉਹ ਸਾਡੇ ਆ ਕੇ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਸੀਗੀ। ਤੇ ਬੱਚੇ ਬੈਠ ਕੇ, ਕਿਉਂਕਿ ਪਰਮੇਸ਼ਰ ਬੱਚਿਆਂ ਦੀ ਪ੍ਰਾਰਥਨਾ ਸੁਣਦਾ ਹੈ, ਤੇ ਇਸ ਕਰਕੇ ਕਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਕੀ ਕਰੋ, ਇਹ ਸਿਖਾਓ। ਤੁਸੀਂ ਘਰ ਬੈਠਿਆਂ, ਰਾਹ 'ਚ ਤੁਰਦੇ ਵੀ, ਰਾਹ ਦੇ ਵਿੱਚ ਜਾਂਦੇ ਜਦੋਂ ਰਾਹ 'ਚ ਤੁਰਦੇ ਹਾਂ ਤੇ ਉਦੋਂ ਵੀ ਅਸੀਂ ਕੀ ਕਰ ਸਕਦੇ ਹਾਂ, ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਕਿ ਸਾਡਾ ਪਰਮੇਸ਼ਰ ਬਹੁਤ ਮਹਾਨ ਆ, ਉਹ ਬਹੁਤ ਵੱਡੇ ਵੱਡੇ ਕੰਮ ਕਰਨ ਦੀ ਤਾਕਤ ਰੱਖਦਾ ਹੈ। ਔਰ ਫਿਰ ਲੇਟਦਿਆਂ, ਦੇਖੋ ਜਦੋਂ ਆਪਾਂ ਲੇਟਦੇ ਹਾਂ ਸੌਣ ਦੇ ਸਮੇਂ, ਤੇ ਪਹਿਲਾਂ ਦੇਖੋ ਪਹਿਲਾਂ ਚੱਲਦਾ ਹੁੰਦਾ ਸੀਗਾ, ਅੱਜ ਵੀ ਕੁਛ ਹੈਗੇ ਆ, ਤੇ ਉਹ ਬਚਨ 'ਚ ਲਿਖਿਆ ਬੁੱਢੀਆਂ ਵਾਲੀਆਂ ਕਹਾਣੀਆਂ ਤੋਂ ਬਚੋ। ਤੇ ਪਹਿਲਾਂ ਕੀ ਆ, ਬੁੱਢੀਆਂ ਵਾਲੀ ਕਹਾਣੀ, ਆਓ ਤੁਹਾਨੂੰ ਮੈਂ ਨਿਆਣਿਓ ਬਾਤ ਸੁਣਾਵਾਂ, ਹੈ ਨਾ, ਬਾਤ ਤੁਹਾਨੂੰ ਸੁਣਾਵਾਂ, ਇੱਦਾਂ ਦੀ ਸੁਣਾਵਾਂ। ਤੇ ਉਹ ਸਾਰੀ ਰਾਤ ਹੀ ਲੰਘ ਜਾਂਦੀ ਸੀ ਬਾਤਾਂ ਪਾਉਂਦਿਆਂ ਦੀ, ਤੇ ਉਹਦਾ ਕੋਈ ਅਸਰ ਹੀ ਨਹੀਂ ਸੀ ਕਿਸੇ 'ਤੇ, ਉਹਨਾਂ ਬਾਤਾਂ ਦਾ ਕੋਈ ਅਸਰ ਨਹੀਂ। ਪਰ ਜਿਹੜੀ ਰੱਬ ਦੀ ਗੱਲ ਕਰੋਗੇ, ਪਰਮੇਸ਼ਰ ਦੀ ਬਾਣੀ ਦੱਸੋਗੇ, ਉਹਦਾ ਅਸਰ ਇੱਕ ਦਿਨ ਰਹਿ ਹੀ ਜਾਣਾ ਪਰਮੇਸ਼ਰ ਦੇ ਗੱਲਾਂ ਦਾ। ਦੇਖੋ ਅਸੀਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ, ਨਿੱਕੇ ਨਿੱਕੇ ਅਸੀਂ ਹੁੰਦੇ ਸੀ, ਅਸੀਂ ਵੀ ਬਾਤਾਂ ਸੁਣਦੇ ਸੀ ਉਸ ਸਮੇਂ। ਹੁਣ ਦਾ ਨਿਆਣਿਆਂ ਨੂੰ ਪਤਾ ਨਹੀਂ ਕਿ ਬਾਤਾਂ ਕੀ ਹੁੰਦੀਆਂ ਉਹ, ਪਰ ਉਸ ਸਮੇਂ ਸਾਨੂੰ ਹੀ ਪਤਾ ਹੁੰਦਾ ਸੀਗਾ। ਅਸੀਂ ਵੀ ਸੁਣਦੇ ਹੁੰਦੇ ਸੀ ਰੂਪ ਬਸੰਤ ਦੀ ਕਹਾਣੀ, ਅਤੇ ਸਾਰੀ ਰਾਤ ਹੀ ਲੰਘ ਜਾਂਦੀ ਸੀ, ਪਰ ਕੋਈ ਫਾਇਦਾ ਨਹੀਂ ਹੋਇਆ। ਹਾਲੇਲੂਇਆ। ਪਰ ਪਰਮੇਸ਼ਰ ਦਾ ਵਚਨ ਸੁਣਾਂਗੇ ਤੇ ਉਹ ਸਾਡੀ ਆਤਮਾ ਦੀ ਖੁਰਾਕ ਹੈ, ਸਾਡੇ ਸਰੀਰ ਦੀ ਖੁਰਾਕ ਹੈ, ਸਾਡੀ ਤੰਦਰੁਸਤੀ ਹੈ, ਸਾਡੇ ਬੱਚਿਆਂ ਦੀ ਤੰਦਰੁਸਤੀ ਹੈ, ਉਹ ਸਾਡੇ ਬੱਚਿਆਂ ਨੂੰ ਵਧਾਊਗੀ। ਅੱਜ ਕੀ ਹੈ, ਅੱਜ ਕੁਛ ਲੋਕਾਂ ਨੂੰ ਸੰਗਤੀ ਤੋਂ ਰੋਕ ਕੇ ਬਿਠਾ ਕੇ ਬੈਠੇ ਆ, ਪਤਾ ਨਹੀਂ ਕੀ ਮਿਲ ਜਾਣਾ। ਪਰ ਰੱਬ ਦੀ ਸੰਗਤੀ ਵਿੱਚ ਤੇ ਰੱਬ ਦੇ ਵਚਨ ਦੇ ਵਿੱਚ ਤੇ ਰੱਬ ਦੇ ਦਾਸਾਂ ਦੇ ਕੋਲੋਂ ਸਭ ਕੁਝ ਹੀ ਮਿਲਣਾ ਹੈ, ਜਦ ਤੱਕ ਸਿੱਖਣਗੇ। ਜੇ ਨਹੀਂ ਸਿੱਖਣਗੇ ਤਾਂ ਫਿਰ ਕੁਛ ਵੀ ਮਿਲਣਾ ਨਹੀਂ ਆ। ਹਾਲੇਲੂਇਆ। ਤੋੜਨ ਦਾ ਕੁਛ ਨਹੀਂ ਮਿਲਣਾ, ਜੋੜਨ ਦਾ ਹੀ ਮਿਲਣਾ ਸਾਰਾ ਕੁਛ। ਤੇ ਇਸ ਕਰਕੇ ਜੇ ਰੱਬ ਦੇ ਦਾਸਾਂ ਕੋਲ ਕੋਈ ਆਊਗਾ ਤਾਂ ਹੀ ਵਚਨ ਸੁਣੂਗਾ, ਜੇ ਰੱਬ ਦੇ ਦਾਸਾਂ ਨਾਲ ਕੋਈ ਰਿਲੇਸ਼ਨ ਰੱਖੂਗਾ ਤਾਂ ਹੀ ਪਤਾ ਲੱਗੂਗਾ ਕਿ ਅਸੀਂ ਰੱਬ ਦੀ ਮਰਜ਼ੀ ਨੂੰ ਕਿੱਦਾਂ ਪੂਰਾ ਕਰਨਾ। ਇਸ ਕਰਕੇ ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਕਿ ਤੁਸੀਂ ਕੀ ਕਰੋ, ਆਪਣੇ ਬੱਚਿਆਂ ਨੂੰ ਲੇਟਦਿਆਂ ਉੱਠਦਿਆਂ ਤੇ ਲੇਟਦਿਆਂ ਸਮੇਂ ਤੇ ਉੱਠਦੇ ਸਮੇਂ ਵੀ ਦੱਸੋ। ਇਹ ਰੱਬ ਨੇ ਸਾਨੂੰ ਦਿਨ ਦਿੱਤਾ ਤੇ ਰੱਬ ਨੇ ਸਾਨੂੰ ਚਲਾਉਣਾ, ਤੇ ਰੱਬ ਪ੍ਰਭੂ ਸਾਡੇ ਜੀਵਨ 'ਚ ਵੱਡੇ ਕੰਮ ਕਰੂਗਾ। ਤੇ ਅਸੀਂ ਉੱਠ ਕੇ ਪਹਿਲਾਂ ਧੰਨਵਾਦ ਕਰੀਏ ਪ੍ਰਭੂ ਦਾ, ਹੈ ਨਾ, ਬੱਚਿਆਂ ਨੂੰ ਕਹੀਏ। ਤੇ ਸੱਚਮੁੱਚ ਜਦੋਂ ਬੱਚੇ ਧੰਨਵਾਦ ਕਰਨਗੇ, ਉੱਠ ਕੇ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਗੇ, ਪਰਮੇਸ਼ਰ ਨੂੰ ਪਹਿਲਾ ਸਥਾਨ ਆਪਣੇ ਜੀਵਨ 'ਚ ਦੇਣਗੇ, ਉਹ ਬੱਚਿਆਂ ਦੀ ਬੁੱਧ ਚੰਗੀ ਹੋਊਗੀ, ਉਹ ਬੱਚੇ ਆਪਣੇ ਮਾਂ ਪਿਓ ਦਾ ਆਦਰ ਕਰਨਗੇ ਔਰ ਆਪਣੇ ਮਾਂ ਪਿਓ ਨੂੰ ਵਧੀਆ ਕਰਕੇ ਚੱਲਣਗੇ।
ਤੇ ਉਹ ਕਹਿਣਗੇ, ਜੇ ਪੁੱਛਣਗੇ ਜਦੋਂ ਬੁੱਢੇ ਹੋ ਜਾਣਗੇ ਮਾਪੇ, ਤੇ ਫਿਰ ਬੱਚੇ ਕਹਿਣਗੇ ਪਾਪਾ ਮੰਮੀ ਤੂੰ ਕਿੱਥੇ ਚੱਲਿਆ? ਸੰਗਤ ਕਰਨ ਚੱਲਿਆ? ਆਹ ਲੈ ਫੜ 100 ਰੁਪਈਆ, ਜਾ ਕੇ ਉੱਥੇ ਦਾਨ ਪਾਉਣਾ ਆ। ਹਾਲੇਲੂਇਆ। ਕਿਉਂਕਿ ਰੱਬ ਦੀ ਸਿੱਖਿਆ ਬੋਲੂਗੀ ਅੰਦਰ, ਰੱਬ ਦਾ ਵਚਨ ਬੋਲੂਗਾ ਅੰਦਰ, ਤੇ ਜੇ ਰੱਬ ਦਾ ਵਚਨ ਅੰਦਰ ਹੈ ਹੀ ਨਹੀਂ ਤੇ ਬੋਲਣਾ ਕਿਹਨੇ? ਇਹਦਾ ਮਤਲਬ ਫਾਰਮੈਲਿਟੀ ਆ ਉਹ। ਇਸ ਕਰਕੇ ਰੱਬ ਦਾ ਵਚਨ ਜਦੋਂ ਸਾਡੇ ਬੱਚਿਆਂ ਦੇ ਅੰਦਰ ਭਰਾਂਗੇ ਤੇ ਸੱਚਮੁੱਚ ਸਾਡੇ ਬੱਚੇ ਸਾਡੇ ਲਈ ਆਸ਼ੀਸ਼ ਦਾ ਕਾਰਨ ਬਣਨਗੇ, ਦੂਸਰਿਆਂ ਲਈ ਵੀ ਆਸ਼ੀਸ਼ ਦਾ ਕਾਰਨ ਬਣਨਗੇ, ਗਵਾਂਢੀਆਂ ਲਈ ਵੀ, ਸਾਡੇ ਨਗਰ ਲਈ ਵੀ ਆਸ਼ੀਸ਼ ਦਾ ਕਾਰਨ ਬਣਨਗੇ। ਪਹਿਲੀ ਗੱਲ, ਸਾਡੇ ਬੱਚੇ ਸਾਡੇ ਲਈ ਆਸ਼ੀਸ਼ ਦਾ ਕਾਰਨ ਬਣਨਗੇ, ਸਾਡਾ ਖਿਆਲ ਰੱਖਣਗੇ। ਕਿਉਂਕਿ ਵਚਨ ਦੱਸਦਾ ਕਿ ਤੂੰ ਆਪਣੇ ਮਾਂ ਪਿਓ ਦਾ ਆਦਰ ਕਰ ਤੇ ਤੇਰਾ ਕੀ ਹੋਵੇ, ਧਰਤੀ ਤੇ ਤੇਰਾ ਭਲਾ ਹੋਊ, ਤਾਂ ਤੇਰੀ ਉਮਰ ਵੀ ਲੰਬੀ ਹੋਊਗੀ। ਹਾਲੇਲੂਇਆ। ਜੇ ਆਪਣੇ ਮਾਂ ਪਿਓ ਦਾ ਨਹੀਂ ਜਿਹੜਾ ਬੱਚਾ ਭਲਾ ਰੱਖਦਾ, ਧਿਆਨ ਰੱਖਦਾ, ਆਦਰ ਕਰਦਾ, ਉਹਦਾ ਕਿੱਦਾਂ ਭਲਾ ਹੋ ਸਕਦਾ ਵਚਨ ਦੇ ਅਨੁਸਾਰ? ਕਿਉਂਕਿ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਜਾਣਦਾ, ਪਰਮੇਸ਼ਰ ਦੀ ਬਾਣੀ ਨੂੰ ਜਾਣਦਾ ਹੈ, ਅਗਰ ਉਹ ਨਹੀਂ ਮੰਨਦਾ, ਉਹਨੂੰ ਨਹੀਂ ਪੂਰੀ ਕਰਦਾ, ਆਪਣੇ ਮਾਂ ਪਿਓ ਦਾ ਨਹੀਂ ਆਦਰ ਕਰਦਾ, ਨਹੀਂ ਖਿਆਲ ਰੱਖਦਾ, ਤੇ ਉਹਦਾ ਭਲਾ ਫਿਰ ਕਿੱਦਾਂ ਹੋ? ਕਿਉਂ ਵਚਨ 'ਚ ਸਾਫ਼ ਕਹਿੰਦਾ ਤੂੰ ਆਪਣੇ ਮਾਂ ਪਿਓ ਦਾ ਆਦਰ ਕਰ ਤੇ ਤੇਰਾ ਭਲਾ ਹੋਏਗਾ ਤੇ ਧਰਤੀ 'ਤੇ ਤੇਰੀ ਉਮਰ ਵੀ ਲੰਬੀ ਹੋਏਗੀ। ਹਾਲੇਲੂਇਆ। ਕਿਉਂਕਿ ਜਦੋਂ ਪ੍ਰਭੂ ਦੇ ਵਚਨ ਦੇ ਅਨੁਸਾਰ ਕੋਈ ਚੱਲਦਾ ਹੈ ਤੇ ਪਰਮੇਸ਼ਰ ਉਹਦੇ ਪਰਿਵਾਰ ਨੂੰ, ਉਹਦੇ ਘਰਾਣੇ ਨੂੰ ਆਸ਼ੀਸ਼ ਦਿੰਦਾ। ਤੇ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਕੀ ਕਰੋ, ਆਪਣੇ ਬੱਚਿਆਂ ਨੂੰ ਇਸ ਗੱਲਾਂ ਦਾ ਕੀ ਕਰੋ, ਚਰਚਾ ਕਰੋ, ਉਹਨਾਂ ਨੂੰ ਸਿਖਾਓ। ਘਰ ਵਿੱਚ ਬੈਠਦੇ ਸਮੇਂ, ਸਫ਼ਰ ਵਿੱਚ ਚੱਲਦੇ ਸਮੇਂ, ਔਰ ਲੇਟਦੇ ਸਮੇਂ, ਔਰ ਉੱਠਦਿਆਂ ਸਮੇਂ ਉਹਨਾਂ ਦਾ ਚਰਚਾ ਕਰੋ। ਫਿਰ ਲਿਖਿਆ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ 'ਤੇ ਬੰਨੋ। ਹਾਲੇਲੂਇਆ। ਅੱਜ ਸਭ ਕਈ ਕੁਝ ਬੰਨੀ ਫਿਰਦੇ ਆਪਣੇ ਹੱਥਾਂ 'ਤੇ, ਹੈ ਨਾ, ਪਰ ਇੱਥੇ ਲਿਖਿਆ ਤੁਸੀਂ ਪਰਮੇਸ਼ਰ ਦੇ ਵਚਨ, ਰੱਬ ਦੇ ਵਚਨ, ਉਹਨਾਂ ਨੂੰ ਕੀ ਕਰੋ, ਆਪਣੇ ਹੱਥਾਂ 'ਤੇ ਬੰਨੋ, ਹੈ ਨਾ। ਉੱਦਾਂ ਕਈ ਖੇਸਵਾ ਬੰਨੀ ਫਿਰਦੇ ਆ ਤੇ ਰੱਬ ਦਾ ਵਚਨ ਕੋਈ ਬੰਨ੍ਹਦਾ? ਕਦੋਂ ਆਹ ਕੀ ਲਿਖਿਆ ਹੋਇਆ ਹੈ ਨਾ, ਕਿ ਆਹ ਕੀ ਲਿਖਿਆ ਹੋਇਆ ਤੂੰ, ਤੇ ਉੱਦਾਂ ਕਈ ਧਾਗੇ ਧੁਗੇ ਬੰਨੀ ਫਿਰੇ ਤਾਂ ਕਿਸੇ ਨੇ ਕੁਛ ਨਹੀਂ ਕਹਿਣਾ ਬਹੁਤ ਵਧੀਆ ਆ, ਠੀਕ ਆ, ਬਹੁਤ ਸੋਹਣਾ ਕਰਨ ਡਿਆ। ਪਰ ਦੇਖੋ ਕਹਿੰਦਾ ਇਹ ਕਿੱਥੇ ਹੋਣੇ ਚਾਹੀਦੇ? ਤੁਹਾਡੇ ਹੱਥਾਂ ਦੇ ਉੱਤੇ, ਹੈ ਨਾ, ਤਾਂ ਕਿ ਦੇਖੋ ਤੁਸੀਂ ਇਹਨੂੰ, ਹੈ ਨਾ, ਇਹਨੂੰ ਦੇਖੋ ਰੱਬ ਦੇ ਵਚਨਾਂ ਨੂੰ। ਫਿਰ ਲਿਖਿਆ ਅਤੇ ਉਹ ਤੁਹਾਡੇ ਨੇਤਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ, ਤੁਹਾਡੇ ਨੇਤਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ, ਹੈ ਨਾ, ਕਿ ਜਿਹੜੇ ਅਸੀਂ ਹਮੇਸ਼ਾ ਰੱਬ ਦੇ ਵਚਨ ਨੂੰ ਦੇਖੀਏ, ਰੱਬ ਦੀ ਬਾਣੀ ਨੂੰ ਦੇਖ ਸਕੀਏ। ਲਿਖਿਆ ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ। ਕਿੱਥੇ ਲਿਖਣਾ ਜੀ? ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਦੇ ਉੱਤੇ, ਗੇਟ ਦੇ ਉੱਤੇ। ਅਤੇ ਆਪਾਂ ਨੂੰ ਪਤਾ ਕਈਆਂ ਨੇ ਗੇਟ ਦੇ ਉੱਤੇ ਲਾਏ ਹੁੰਦੇ ਨਜ਼ਰ ਬੱਟੂ, ਹੈ ਨਾ, ਕਈ ਕੁਛ ਲਿਖਿਆ ਹੁੰਦਾ। ਅਤੇ ਜਦੋਂ ਮਸੀਹ 'ਚ ਆਏ ਪਹਿਲਾਂ ਤਾਂ ਮਿਟਾ ਤੇ, ਅਤੇ ਜੇ ਹੁਣ ਯਿਸੂ ਮਸੀਹ 'ਚ ਆਏ ਅਤੇ ਹੁਣ ਡਰਦੇ ਆ ਲਿਖਣ ਤੋਂ ਵੀ ਸਾਨੂੰ ਕੋਈ ਕੁਛ ਕਹਿ ਨਾ ਦੇਵੇ, ਹੈ ਨਾ। ਕਈ ਕ੍ਰੋਸ ਬਣਾਉਣ ਤੋਂ ਵੀ ਡਰਦੇ ਆ ਵੀ ਸਲੀਬ ਬਣਾ ਲਈ ਤਾਂ ਕਹਿਣਗੇ ਇਹ ਕੀ ਕਰਦੇ ਆ, ਇਹ ਯਿਸੂ ਮਸੀਹ ਵਾਲੇ ਆ। ਪਰ ਪਤਾ ਹੋਣਾ ਚਾਹੀਦਾ ਰੱਬ ਦਾ ਵਚਨ ਕਿੱਥੇ ਆ? ਸਾਡੇ ਲਿਖਿਆ ਚੁਗਾਠਾਂ ਦੇ ਉੱਤੇ ਅਤੇ ਫਾਟਕਾਂ ਦੇ ਉੱਤੇ ਇਹਨੂੰ ਕੀ ਕਰੋ, ਲਿਖੋ। ਹਾਲੇਲੂਇਆ। ਇਸ ਕਰਕੇ ਚੁਗਾਠ, ਅਗਰ ਇਹ ਵਚਨ ਦਾ ਦੇਖੀਏ ਤਾਂ ਅਸੀਂ ਪਰਮੇਸ਼ਰ ਦਾ ਘਰ ਆ, ਅਤੇ ਚੁਗਾਠ ਜਿਹੜੀ ਆ, ਚੁਗਾਠਾਂ ਜਿਹੜੀਆਂ ਹੈਗੀਆਂ ਆ, ਕੀ ਆ? ਸਾਡਾ ਮੂੰਹ ਆ, ਅਤੇ ਮੂੰਹ ਦੇ ਉੱਤੇ ਪਰਮੇਸ਼ਰ ਦਾ ਵਚਨ ਹੋਣਾ ਚਾਹੀਦਾ, ਉਹਦਾ ਮਤਲਬ। ਅਤੇ ਪ੍ਰਭੂ ਦਾ ਵਚਨ ਲਿਖਿਆ ਕਿ ਪਰਮੇਸ਼ਰ ਦਾ ਵਚਨ ਦੇ ਜਦੋਂ ਅਸੀਂ ਪਹਿਲਾ ਜ਼ਬੂਰ ਪੜ੍ਹਦੇ ਹਾਂ ਉਹਦੇ 'ਤੇ ਲਿਖਿਆ ਦਿਨ ਰਾਤ ਤੁਸੀਂ ਕੀ ਕਰੋ, ਪਰਮੇਸ਼ਰ ਦੇ ਉਸ ਵਚਨ ਦੇ ਉੱਤੇ, ਪਰਮੇਸ਼ਰ ਦੀ ਵਿਵਸਥਾ ਦੇ ਉੱਤੇ ਧਿਆਨ ਕਰਨਾ, ਅਤੇ ਉਹਦੇ ਕੰਮ ਕੀ ਹੁੰਦੇ? ਫਿਰ ਸਫਲ ਹੁੰਦੇ ਆ, ਉਹ ਕਿਤੇ ਵੀ ਅਸਫਲ ਹੁੰਦਾ ਨਹੀਂ ਆ। ਇਸ ਕਰਕੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਨਾਲ ਜੋੜੀਏ, ਪਰਮੇਸ਼ਰ ਦੀ ਬਾਣੀ ਉਹਨਾਂ ਨੂੰ ਸਿਖਾਈਏ, ਪਵਿੱਤਰ ਵਚਨ ਅਸੀਂ ਉਹਨਾਂ ਨੂੰ ਦਸੀਏ। ਅਸੀਂ ਦੱਸਣਾ ਹੈ, ਇਹ ਪਹਿਲੀ ਪਾਸਟਰ ਦੀ ਜ਼ਿੰਮੇਵਾਰੀ ਨਹੀਂ ਆ, ਇਹ ਸਾਡੀ ਜ਼ਿੰਮੇਵਾਰੀ, ਅਸੀਂ ਆਪਣੇ ਬੱਚਿਆਂ ਨੂੰ ਦਸੀਏ। ਇਸ ਕਰਕੇ ਪਾਸਟਰ ਨੇ ਤਾਂ ਹੀ ਦੱਸਣਾ ਜੇ ਤੁਸੀਂ ਪਾਸਟਰ ਕੋਲ ਲੈ ਕੇ ਆਓਗੇ ਬੱਚਿਆਂ ਨੂੰ। ਹਾਲੇਲੂਇਆ। ਪਾਸਟਰ ਨੇ ਕਦੋਂ ਦੱਸਣਾ ਜੀ? ਜੇ ਪਾਸਟਰ ਕੋਲ ਤੁਸੀਂ ਬੱਚਿਆਂ ਨੂੰ ਲੈ ਕੇ ਆਓਗੇ। ਪਹਿਲਾਂ ਕੀ ਹੈ, ਬੱਚੇ ਤੁਹਾਡੇ ਕੋਲ ਆ, ਸਾਰਾ ਹਫਤਾ ਤੁਹਾਡੇ ਕੋਲ ਆ, ਅਤੇ ਤੁਸੀਂ ਕੀ ਕਰੋ, ਆਪਣੇ ਬੱਚਿਆਂ ਨੂੰ ਬੈਠਦੇ ਸਮੇਂ, ਤੁਰਦੇ ਸਮੇਂ, ਲੇਟਦੇ ਸਮੇਂ ਅਤੇ ਉੱਠਦੇ ਸਮੇਂ ਕੀ ਕਰਨਾ? ਪ੍ਰਭੂ ਦਾ ਵਚਨ ਉਹਨਾਂ ਨੂੰ ਦੱਸਣਾ ਕਿ ਸਾਡਾ ਪਰਮੇਸ਼ਰ ਵੱਡੇ ਕੰਮ ਕਰਨ ਦੀ ਸਾਮਰਥ ਰੱਖਦਾ ਹੈ, ਉਹ ਪਰਮੇਸ਼ਰ ਕਦੇ ਵੀ ਛੱਡਦਾ ਨਹੀਂ ਆ। ਅਤੇ ਜਿੱਦਾਂ ਅਸੀਂ ਪ੍ਰਭੂ ਦੇ ਵਚਨ 'ਚ ਪੜ੍ਹਦੇ ਹਾਂ,
ਦਾਊਦ ਕਹਿੰਦਾ ਕਿ ਮੈਂ ਕੀ ਕੀਤਾ ਕਿ ਧਰਮੀ ਦੀ ਅੰਸ ਨੂੰ ਨਾ ਤਿਆਗਿਆ ਹੋਇਆ ਦੇਖਿਆ ਤੇ ਨਾ ਟੁਕੜੇ ਮੰਗਦਿਆਂ ਹੀ ਡਿੱਠਾ ਆ। ਹਾਲੇਲੂਇਆ। ਉਹ ਕਹਿੰਦਾ ਧਰਮੀ ਦੀ ਅੰਸ ਜਿਹੜੀ ਹੈ ਉਹ ਕਦੇ ਵੀ ਟੁਕੜੇ ਨਾ ਮੰਗਦੀ ਹੈ ਤੇ ਨਾ ਕਦੀ ਟੁਕੜੇ ਮੰਗਦੇ ਆ ਮੈਂ ਉਹਨਾਂ ਨੂੰ ਕਦੀ ਵੀ ਦੇਖਿਆ ਨਹੀਂ। ਕਹਿੰਦਾ ਮੈਂ ਜਵਾਨ ਸੀ, ਹੁਣ ਬੁੱਢਾ ਹੋ ਗਿਆ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ ਤੇ ਨਾ ਉਹਦੀ ਅੰਸ ਨੂੰ ਟੁਕੜੇ ਮੰਗਦਿਆਂ ਹੀ ਡਿੱਠਾ ਆ। ਇਹਦਾ ਮਤਲਬ ਪਰਮੇਸ਼ਵਰ ਆਪਣੇ ਲੋਕਾਂ ਨੂੰ ਆਸ਼ੀਸ਼ ਦਿੰਦਾ, ਔਰ ਜਦੋਂ ਅਸੀਂ ਉਹਦੇ ਹੁਕਮਾਂ ਨੂੰ ਮੰਨਦੇ ਹਾਂ ਔਰ ਆਪਣੇ ਬੱਚਿਆਂ ਨੂੰ, ਔਰ ਪਰਮੇਸ਼ਵਰ ਕਹਿੰਦਾ ਤੁਸੀਂ ਮੰਨੋ, ਤੁਹਾਡੇ ਪੁੱਤਰ ਮੰਨਣ ਤੇ ਤੁਹਾਡੇ ਪੋਤਰੇ ਮੰਨਣ। ਇਹਦਾ ਮਤਲਬ ਤੁਹਾਡੀ ਇੱਕ ਪੀੜ੍ਹੀ ਤੋਂ ਦੂਸਰੀ ਤੱਕ, ਤੀਸਰੀ ਪੀੜ੍ਹੀ ਤੱਕ ਤੁਸੀਂ ਪਰਮੇਸ਼ਵਰ ਦੇ ਵਿੱਚ ਵੱਧਦੇ ਜਾਓ ਤੇ ਤੁਸੀਂ ਕਦੇ ਵੀ ਘਟੋ ਨਾ, ਬਲਕਿ ਪਰਮੇਸ਼ਵਰ ਸਾਨੂੰ ਆਸ਼ੀਸ਼ ਦੇਣੀ ਚਾਹੁੰਦਾ ਹੈ, ਪਰਮੇਸ਼ਵਰ ਸਾਨੂੰ ਵਧਾਉਣਾ ਚਾਹੁੰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਅੱਜ ਸਮਾਂ ਆ, ਅੱਜ ਅਸੀਂ ਸਿਖਾ ਸਕਦੇ ਹਾਂ, ਅੱਜ ਛੋਟੇ ਆ ਕੁਛ ਵੀ ਬਣਾ ਸਕਦੇ ਹਾਂ, ਪਰ ਜਦੋਂ ਅਸੀਂ ਉਹ ਆਸ ਰੱਖੀ ਵੀ ਆਪੇ ਸਿੱਖ ਜਾਣਗੇ, ਫਿਰ ਆਪੇ ਕੀ ਸਿੱਖਣਗੇ? ਇਹ ਦੁਨੀਆ ਵਿੱਚ ਦੇਖੋ ਨਸ਼ੇ ਆ, ਦੁਨੀਆ ਵਿੱਚ ਜਿਹੜੇ ਆਪੇ ਸਿੱਖਦੇ ਆ, ਸ਼ਰਾਬ ਆ, ਹੋਰ ਇੱਦਾਂ ਦੀਆਂ ਕਈ ਚੀਜ਼ਾਂ ਆ, ਗੰਦਗੀ ਆ, ਇਹ ਸਿੱਖਣਗੇ ਆਪੇ। ਪਰ ਜਿਹੜਾ ਰੱਬ ਦਾ ਵਚਨ ਹੈ ਉਹ ਸਾਨੂੰ ਸਿਖਾਉਣਾ ਪਊਗਾ, ਉਹਨਾਂ ਨੂੰ ਉਹਨਾਂ ਦੇ ਅੰਦਰ ਪਾਉਣਾ ਪਊਗਾ, ਸੰਗਤੀ ਕਰਨੀ ਪਊਗੀ, ਸੰਗਤੀ ਵਿੱਚ ਉਹਨਾਂ ਨੂੰ ਰੱਖਣਾ ਪਊਗਾ ਤੇ ਪ੍ਰਭੂ ਦੇ ਨਾਲ ਜੋੜਨਾ ਪਊਗਾ। ਫਿਰ ਹੀ ਪਰਮੇਸ਼ਰ ਆਸ਼ੀਸ਼ ਦਊਗਾ। ਚਾਹੇ ਕਿਸੇ ਕੋ ਪੁੱਤਰ ਆ ਤੇ ਚਾਹੇ ਕਿਸੇ ਕੋ ਧੀਆਂ ਆ, ਪਰ ਉਹਨਾਂ ਨੂੰ ਸਹੀ ਬਣਾਉਣ ਦੇ ਲਈ ਰੱਬ ਦਾ ਵਚਨ ਜਿਹੜਾ ਉਹਨਾਂ ਦੇ ਜੀਵਨ 'ਚ ਪਾਉਣਾ ਬਹੁਤ ਜ਼ਰੂਰੀ ਹੈ, ਤੇ ਫਿਰ ਹੀ ਉਹ ਸਹੀ ਵੱਧ ਸਕਦੇ ਆ, ਸਹੀ ਉਹਨਾਂ ਦੀ ਗਰੋਥ ਹੋ ਸਕਦੀ ਆ, ਔਰ ਸਹੀ ਆਪਣੇ ਰੱਬ ਦੇ ਨਾਲ ਸਹੀ ਰਿਸ਼ਤਾ ਬਣਾ ਸਕਦੇ ਆ। ਇਸ ਕਰਕੇ ਪ੍ਰਭੂ ਸਾਨੂੰ ਇਸ ਵਚਨ ਨਾਲ ਆਸ਼ੀਸ਼ ਦੇ। ਆਈਏ ਅਸੀਂ ਦੁਆ ਕਰੀਏ। ਪ੍ਰੇਮੀ ਪਰਮੇਸ਼ਰ ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਦੇ ਲਈ। ਪ੍ਰਭੂ ਜੀ, ਮੈਂ ਤੁਹਾਡੇ ਬੱਚਿਆਂ ਲਈ ਪ੍ਰਾਰਥਨਾ ਕਰਦਾ, ਜਦੋਂ ਕਿ ਅੱਜ ਤੇਰੇ ਵਚਨ ਦੇ ਵਿੱਚ ਸਿੱਖਿਆ ਹੈ ਕਿ ਤੇਰੇ ਵਚਨ ਨੂੰ ਪ੍ਰਭੂ ਅਸੀਂ ਜਿਹੜੇ ਮਾਂ ਪਿਓ ਹੈ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ, ਔਰ ਅਸੀਂ ਆਪਣੇ ਪੁੱਤਰਾਂ ਨੂੰ ਔਰ ਉਹਨੂੰ ਗਾਂ ਆਪਣੇ ਪੋਤਰਿਆਂ ਤੱਕ ਔਰ ਤੀਸਰੀ ਪੀੜ੍ਹੀ ਤੱਕ ਪ੍ਰਭੂ ਜੀ ਤੂੰ ਆਸ਼ੀਸ਼ ਦੇਣ ਵਾਲਾ ਪਰਮੇਸ਼ਰ ਹੈ। ਪ੍ਰਭੂ ਤੂੰ ਆਪਣੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਧੰਨਵਾਦ। ਔਰ ਆਉਣ ਵਾਲੇ ਦਿਨਾਂ ਵਿੱਚ ਸਭ ਤੇਰੇ ਬੱਚੇ ਨੂੰ ਮੰਨਣ ਵਾਲੇ ਔਰ ਅੱਗੇ ਚੱਲਣ ਵਾਲੇ ਪ੍ਰਭੂ ਜੀ ਤੇਰੇ ਬੱਚੇ ਹੋਣ, ਔਰ ਆਪਣੇ ਬੱਚਿਆਂ ਨੂੰ ਸਿਖਾ ਕੇ ਔਰ ਤੇਰੇ ਵਚਨ ਦੇ ਅਨੁਸਾਰ ਵਧੀਆ ਪ੍ਰਭੂ ਤੇਰੇ ਬੱਚੇ ਬਣ, ਔਰ ਤੇਰੀ ਕਿਰਪਾ ਔਰ ਦਇਆ ਸਭ ਦੇ ਜੀਵਨਾਂ ਉੱਪਰ ਬਣੀ ਰਹੇ। ਵੱਡੀ ਦਇਆ ਕਰੋ, ਆਪਣੇ ਹੱਥਾਂ ਵਿੱਚ ਲੈ ਕੇ ਚਲਾਓ, ਸਭ ਨੂੰ ਪ੍ਰਾਰਥਨਾ ਵਾਲਾ ਜੀਵਨ ਦਿਓ। ਤੁਹਾਡੀ ਕਿਰਪਾ ਔਰ ਸ਼ਾਂਤੀ ਸਭ ਦੇ ਜੀਵਨਾਂ ਉੱਪਰ ਬਣੀ ਰਹੇ। ਮਦਦ ਕਰੋ। ਸਾਡੀ ਪ੍ਰਾਰਥਨਾ ਬੇਨਤੀ ਨੂੰ ਸੁਣਿਆ, ਧੰਨਵਾਦ। ਮਸੀਹ ਯਿਸੂ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਗੋਡ ਬਲੈਸ ਯੂ। ਪਰਮੇਸ਼ਰ ਸਭ ਨੂੰ ਆਸ਼ੀਰਵਾਦ।